ਸਿਸਟਰ ਜੀ ਤੁਹਾਡਾ ਕੀ ਨਾਮ ਆ? ਮੇਰਾ ਨਾਮ ਕਮਲੇਸ਼ ਹੈ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਲੁਧਿਆਣਾ ਤੋਂ ਜੀ। ਹਾਂਜੀ, ਤੁਹਾਡੀ ਕੀ ਟੈਸਟਮਨੀ ਆ? ਮੇਰੀ ਟੈਸਟਮਨੀ ਇੱਕ ਤਾਂ ਸਾਹ ਦੀ ਪ੍ਰੋਬਲਮ ਸੀ ਮੈਨੂੰ, ਤੇ ਦੂਸਰਾ ਮੈਨੂੰ ਕੋਲਡ ਰਹਿੰਦਾ ਸੀ ਹਰ ਟਾਈਮ। ਤੇ ਤੁਹਾਨੂੰ ਸਾਹ ਦੀ ਸਮੱਸਿਆ ਕਿੰਨੇ ਟਾਈਮ ਤੋਂ ਸੀਗੀ? ਸਾਹ ਦੀ ਮੈਨੂੰ 7 ਸਾਲ ਤੋਂ ਪ੍ਰੋਬਲਮ ਸੀਗੀ। ਹਾਂਜੀ, ਉਸ ਦੇ ਕਰਕੇ ਕੀ ਸਮੱਸਿਆ ਆਉਂਦੀ ਸੀ? ਉਸ ਦੇ ਕਾਰਨ ਮੈਂ ਜ਼ਿਆਦਾ ਚੱਲ ਫਿਰ ਨਹੀਂ ਸਕਦੀ ਸੀਗੀ, ਤੇ ਮੈਂ ਜਿੱਦਾਂ ਮਾਸਕ ਵਗੈਰਾ ਹੁਣ ਲਗਾਉਂਦੇ ਸੀ ਮੈਂ ਤਾਂ ਉਹ ਲਗਾਇਆ ਵੀ ਨਹੀਂ ਜਾਂਦਾ ਸੀਗਾ, ਬਿਲਕੁਲ ਹੀ ਸਾਹ ਬੰਦ ਹੋਣ ਲੱਗ ਜਾਂਦਾ ਸੀਗਾ, ਤੇ ਮੈਂ ਜ਼ਿਆਦਾ ਚੱਲ ਫਿਰ ਨਹੀਂ ਸਕਦੀ ਸੀ, ਘਰ ਦਾ ਕੰਮ ਵੀ ਨਹੀਂ ਸੀ ਕਰ ਪਾਉਂਦੀ ਮੈਂ। ਤੇ ਫਿਰ ਮੇਰੇ ਉਹਦੀਆਂ ਮੈਂ ਮੈਡੀਸਨ ਬਹੁਤ ਲੈਤੀਆਂ, ਮੇਰੇ ਇੰਜੈਕਸ਼ਨ ਲੱਗਦੇ ਸੀ ਸਾਹ ਦੇ ਨਸਾਂ ਦੇ ਵਿੱਚ, ਮੇਰੇ ਹੱਥਾਂ ਦੀਆਂ ਨਸਾਂ ਵਿੱਚ ਇੰਜੈਕਸ਼ਨ ਲੱਗਦੇ ਹੁੰਦੇ ਸੀਗੇ। ਇੱਕ ਮੰਥ ਦੇ ਵਿੱਚ ਕਿੰਨੇ ਇੰਜੈਕਸ਼ਨ ਲੱਗਦੇ ਤੁਹਾਡੇ? ਮੈਂ 2 ਇੰਜੈਕਸ਼ਨ ਲਗਵਾਉਂਦੀ ਹੁੰਦੀ ਸੀ ਜਦੋਂ ਮੈਨੂੰ ਸਟਾਰਟਿੰਗ ਤੋਂ ਹੀ ਪ੍ਰੋਬਲਮ ਹੋਈ ਸੀ। ਤੇ ਹੋਰ ਤੁਹਾਨੂੰ ਕੀ ਸਮੱਸਿਆ ਆਉਂਦੀ ਸੀ ਇਸ ਬਿਮਾਰੀ ਕਰਕੇ? ਤੁਸੀਂ ਆਪਣੀ ਗਵਾਹੀ ਦੇ ਵਿੱਚ ਲਿਖਿਆ ਕਿ ਤੁਸੀਂ ਕੁਕਿੰਗ ਦੀ ਜੌਬ ਕਰਦੇ ਸੀਗੇ ਤੇ ਜਿਸ ਕਰਕੇ ਤੁਹਾਨੂੰ ਉੱਥੇ ਮਾਸਕ ਲਗਾਉਣਾ ਪੈਂਦਾ ਸੀਗਾ। ਹਾਂਜੀ ਹਾਂਜੀ। ਤੇ ਜਦੋਂ ਤੁਸੀਂ ਮਾਸਕ ਲਗਵਾਉਂਦੇ ਸੀ ਬਹੁਤ ਜ਼ਿਆਦਾ ਤੁਹਾਨੂੰ ਘਬਰਾਹਟ ਹੁੰਦੀ ਸੀ? ਬਹੁਤ ਜ਼ਿਆਦਾ, ਹਾਂਜੀ। ਤੇ ਤੁਸੀਂ ਇਸ ਪ੍ਰੋਬਲਮ ਕਰਕੇ ਤੁਸੀਂ ਕੁਕਿੰਗ ਦੇ ਕੰਮ ਤੋਂ ਵੀ ਤੁਸੀਂ ਛੁੱਟੀਆਂ ਲੈ ਲਈਆਂ? ਹਾਂਜੀ, ਮੈਂ 1 ਮੰਥ ਪੂਰਾ ਘਰ ਰਹੀ ਸੀ, ਮੈਂ ਛੁੱਟੀ ਲੈ ਲਈ ਸੀ ਉੱਥੋਂ, ਬਟ ਇੰਨੀ ਛੁੱਟੀ ਉਹ ਕਿਸੇ ਨੂੰ ਦਿੰਦੇ ਨਹੀਂ ਸੀ। ਮੈਂ ਫਿਰ ਵੀ ਲਈ। ਉਹ ਮਤਲਬ ਮੈਂ ਉੱਥੇ ਸੀਨੀਅਰ ਸੀਗੀ, ਮੈਨੂੰ ਮਾਸਕ ਲਵਾਉਣਾ ਮੈਨੂੰ ਕੰਪਲਸਰੀ ਸੀਗਾ। ਉਹ ਕਹਿੰਦੇ ਸੀ ਜੇ ਤੂੰ ਨਹੀਂ ਲਗਾਏਂਗੀ ਬੇਟਾ ਟੀਮ ਕਿੱਦਾਂ ਲਗਾਏਗੀ, ਮੇਰਾ ਮੈਨੇਜਰ ਮੈਨੂੰ ਕਹਿੰਦਾ ਹੁੰਦਾ ਸੀ। ਤੇ ਮੈਂ ਕਹਿੰਦੀ ਸੀ ਸਰ ਮੈਂ ਕੀ ਕਰਾਂ, ਮੇਰਾ ਸਾਹ ਬੰਦ ਹੁੰਦਾ ਆ, ਮੈਂ ਨਹੀਂ ਲਗਾ ਸਕਦੀ ਹੈਗੀ। ਤੇ ਫਿਰ ਮੈਂ 1 ਮੰਥ ਉਹਨਾਂ ਨੇ ਮੈਨੂੰ ਛੁੱਟੀ ਦਿੱਤੀ, ਬਟ ਮੇਰੀ ਇਹ ਪ੍ਰੋਬਲਮ ਸਹੀ ਨਹੀਂ ਸੀ ਹੋ ਰਹੀ, ਤੇ ਫਿਰ ਮੈਂ ਰਿਜ਼ਾਈਨ ਕਰਤਾ ਸੀ ਆਪਣਾ ਉਸ ਜੌਬ ਦੇ ਉੱਤੋਂ। ਫਿਰ ਮੈਂ ਚਰਚ ਵਿੱਚ ਆਉਣਾ ਕੰਟੀਨਿਊ ਸਟਾਰਟ ਕੀਤਾ। ਮੇਰੀ ਫੈਮਿਲੀ ਆਉਂਦੀ ਸੀ ਬਟ ਮੈਂ ਨਹੀਂ ਸੀ ਆ ਸਕਦੀ। ਮੈਂ 6 ਮੰਥ ਹੋ ਗਏ ਮੈਂ ਕੰਟੀਨਿਊ ਹੁਣ ਚਰਚ ਦੇ ਵਿੱਚ ਆ ਰਹੀ ਹਾਂ, ਤੇ ਨਾਲ ਦੀ ਨਾਲ ਹੀ ਜਿੱਦਾਂ ਪਾਸਟਰ ਜੀ ਘੋਸ਼ਣਾ ਕਰਦੇ ਸੀ ਸਾਹ ਦੀ ਪ੍ਰੋਬਲਮ ਨੂੰ ਡਾਂਟਦੇ ਸੀ, ਮੇਰੀ ਉਹ ਸਾਹ ਦੀ ਪ੍ਰੋਬਲਮ ਉਸੇ ਟਾਈਮ ਚਲੇ ਗਈ। ਹੁਣ ਪਤਾ ਲੱਗਿਆ ਸੀ ਮੇਰੀ ਸਾਹ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਚੁੱਕੀ, ਕਿਉਂਕਿ ਮੈਂ ਜ਼ਿਆਦਾ ਚਲਦੀ ਫਿਰਦੀ ਨਹੀਂ ਸੀਗੀ। ਮੈਂ ਜ਼ਿਆਦਾ ਟਰੈਵਲ ਸਕੂਟਰੀ 'ਤੇ ਜਾਂਦੀ ਸੀ, ਜਿੱਥੇ ਵੀ ਜਾਣਾ ਹੁੰਦਾ ਸੀ। ਮੈਂ ਆਪਣੀ ਜੌਬ 'ਤੇ ਜਾਂਦੀ ਸੀ, ਉੱਥੇ ਵੀ ਮੈਂ ਸਕੂਟਰੀ 'ਤੇ ਜਾਂਦੀ ਹੁੰਦੀ ਸੀ। ਤੇ ਉਸ ਤੋਂ ਬਾਅਦ ਮੈਨੂੰ ਕੋਲਡ ਦੀ 1.5 ਸਾਲ ਤੋਂ ਇਹ ਪ੍ਰੋਬਲਮ ਸੀ ਕਿ ਮੈਨੂੰ ਇੰਨਾ ਜ਼ਿਆਦਾ ਕੋਲਡ ਰਹਿੰਦਾ ਸੀ। 3 ਰੁਮਾਲ ਮੇਰੇ ਕੋਲ ਹੁੰਦੇ ਸੀਗੇ, ਤੇ ਜਦੋਂ ਮੈਂ ਡਰਾਈਵ ਕਰਦੀ ਸੀ ਇੱਕ ਹੱਥ 'ਚ ਮੇਰੇ ਹੈਂਕੀ ਹੁੰਦੇ ਸੀ ਤੇ ਦੂਸਰੇ ਹੱਥ ਦੇ ਵਿੱਚ ਮੈਂ ਡਰਾਈਵ ਕਰਦੀ ਹੁੰਦੀ ਸੀ। ਮਤਲਬ ਬਹੁਤ ਮੁਸ਼ਕਿਲ ਨਾਲ ਮੈਂ ਘਰ ਤੱਕ ਪਹੁੰਚਦੀ ਹੁੰਦੀ ਸੀਗੀ, ਇੰਨੀ ਜ਼ਿਆਦਾ ਮੈਨੂੰ ਪ੍ਰੋਬਲਮ ਆਉਂਦੀ ਸੀਗੀ। ਉਸ ਤੋਂ ਬਾਅਦ ਜਦੋਂ ਮੈਂ ਇੱਥੇ ਚਰਚ ਵਿੱਚ ਆਈ, ਮੈਂ ਹਮੇਸ਼ਾ ਜਦੋਂ ਮੈਂ ਪ੍ਰਾਰਥਨਾ ਵਿੱਚ ਵਧੀ, ਬਿਲਕੁਲ ਨਹੀਂ ਸੀ ਮੈਂ ਪ੍ਰਾਰਥਨਾ ਵਿੱਚ, ਬਟ ਜਦੋਂ ਮੈਂ ਕੰਟੀਨਿਊ ਚਰਚ ਦੇ ਵਿੱਚ ਆਉਣ ਲੱਗੀ ਮੈਂ ਪ੍ਰਾਰਥਨਾ ਵਿੱਚ ਵਧੀ, ਮੈਨੂੰ ਪਵਿੱਤਰ ਆਤਮਾ ਮਿਲਿਆ। ਤੇ ਜਦੋਂ ਮੈਂ ਪਰਸਨਲ ਪ੍ਰੇਅਰ ਵਿੱਚ ਬੈਠਦੀ ਹੁੰਦੀ ਸੀ ਮੈਂ ਹਮੇਸ਼ਾ ਕਹਿੰਦੀ ਸੀ ਪ੍ਰਭੂ ਆਪਣੇ ਦਾਸ ਦੇ ਦੁਆਰਾ ਮੇਰੇ ਨਾਲ ਗੱਲ ਕਰ, ਮੇਰੀ ਇਹ ਬਿਮਾਰੀ ਨੂੰ ਤੂੰ ਜਾਣਦਾ ਹੈ ਪ੍ਰਭੂ, ਪਲੀਜ਼ ਮੇਰੇ ਨਾਲ ਗੱਲ ਕਰ, ਆਪਣੇ ਦਾਸ ਦੇ ਦੁਆਰਾ ਅੱਜ ਮੇਰੇ ਨਾਲ ਗੱਲ ਕਰ। ਜਿਸ ਦਿਨ ਮੀਟਿੰਗ ਹੋਣੀ ਮੈਂ ਲਾਈਵ ਦੇਖਦੀ ਹੁੰਦੀ ਸੀ, ਲੋਕਡਾਊਨ ਦੇ ਵਿੱਚ ਬੈਠ ਕੇ ਘਰੇ ਮੈਂ ਡੇਲੀ ਲਾਈਵ ਦੇਖਣਾ। ਤੇ ਇੱਕ ਦਿਨ ਉਸ ਦਿਨ ਮੈਨੂੰ ਪਵਿੱਤਰ ਆਤਮਾ ਨੇ ਇੰਨਾ ਛੂਹਿਆ। 16 ਜੂਨ ਨੂੰ ਬੁੱਧਵਾਰ ਦੀ ਮੀਟਿੰਗ ਦੇਖ ਰਹੀ ਸੀ, ਮੈਨੂੰ ਪਵਿੱਤਰ ਆਤਮਾ ਨੇ ਮੈਂ ਪੂਰਾ ਭਰੀ, ਮੈਂ ਰੋ ਰਹੀ ਸੀਗੀ। ਜਾਨੂੰ ਪਾਸਟਰ ਜੀ ਲਾਸਟ ਜਦੋਂ ਪ੍ਰਾਰਥਨਾ ਕਰਦੇ ਸੀਗੇ, ਪਾਸਟਰ ਜੀ ਨੇ ਕਿਹਾ ਕਿਸੇ ਦੀ ਨੱਕ ਦੀ ਹੱਡੀ ਆ ਇਸੇ ਟਾਈਮ ਹੀਲ ਹੋ ਰਹੀ ਆ। ਮੈਂ ਉਹਨੂੰ ਬਾਈ ਫੇਥ ਰਿਸੀਵ ਕੀਤਾ ਵੀ ਹਾਂ ਅੱਜ ਪ੍ਰਭੂ ਦੇ ਦਾਸ ਨੇ ਮੇਰੇ ਨਾਲ ਗੱਲ ਕੀਤੀ ਆ। आपकी नाक की हड्डी हील हो अभी, मैं हाथ रखता हूं आत्मा में आपके पास आके, बी हील्ड इन द नेम ऑफ जीसस। ਉਸ ਦਿਨ ਤੋਂ ਮੈਂ ਬਿਲਕੁਲ ਹੀ ਟੋਟਲੀ ਫ੍ਰੀ ਹੋ ਚੁੱਕੀ ਹਾਂ। ਨਾ ਮੈਨੂੰ ਸਾਹ ਦੀ ਪ੍ਰੋਬਲਮ ਆ, ਨਾ ਹੀ ਮੈਨੂੰ ਇਸ ਕੋਲਡ ਦੀ ਪ੍ਰੋਬਲਮ ਆ, ਬਿਲਕੁਲ ਹੀ ਆਜ਼ਾਦ ਹੋ ਚੁੱਕੀ ਹਾਂ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ, ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦੀ ਹਾਂ। ਹਾਲੇਲੂਇਆ! ਜ਼ੋਰ ਦੇ ਨਾਲ ਪਰਮੇਸ਼ਰ ਦੀ ਤਾਰੀਫ ਕਰਾਂਗੇ ਇਸ ਗਵਾਹੀ ਲਈ, ਜ਼ੋਰ ਦੇ ਨਾਲ, ਜ਼ੋਰ ਦੇ ਨਾਲ। ਸਿਸਟਰ ਹੁਣ ਤੁਸੀਂ ਬਿਲਕੁਲ ਠੀਕ ਹੋ? ਹਾਂਜੀ, ਪਹਿਲਾਂ ਤੁਹਾਨੂੰ ਬਿਲਕੁਲ। ਸਾਹ ਦੀ ਸਮੱਸਿਆ ਸੀ ਜਿਸ ਕਰਕੇ ਤੁਸੀਂ ਇੱਕ ਦਿਨ ਦੇ ਵਿੱਚ 3 ਟੈਬਲੇਟ ਖਾਂਦੇ ਸੀ, ਹਾਂਜੀ। ਤੇ ਇੰਜੈਕਸ਼ਨ ਵੀ ਲੱਗਦੇ ਸੀ, ਹਾਂਜੀ। ਤੇ ਇੰਜੈਕਸ਼ਨ ਲੱਗਣ ਦੇ ਕਰਕੇ ਤੁਹਾਡੀਆਂ ਨਸਾਂ ਵੀ ਕਮਜ਼ੋਰ ਹੋ ਗਈਆਂ ਸੀ, ਹਾਂਜੀ। ਲੇਕਿਨ ਕੋਈ ਵੀ ਤੁਹਾਨੂੰ ਫਰਕ ਨਹੀਂ ਪੈ ਰਿਹਾ ਸੀ। ਨਹੀਂ। ਤੇ ਇਸ ਤੁਹਾਨੂੰ ਸਾਹ ਦੀ ਬਿਮਾਰੀ ਕਰਕੇ ਆਪਣੀ ਜੌਬ ਵੀ ਛੱਡਣੀ ਪਈ, ਹਾਂਜੀ। ਕਿਉਂਕਿ ਕੋਈ ਵੀ ਤੁਹਾਨੂੰ ਹੱਲ ਨਜ਼ਰ ਨਹੀਂ ਆ ਰਿਹਾ ਸੀ। ਹਾਂਜੀ। ਤੇ ਉਸ ਤੋਂ ਬਾਅਦ ਲਗਾਤਾਰ ਤੁਸੀਂ ਚਰਚ ਆਣਾ ਸ਼ੁਰੂ ਕੀਤਾ, ਤੇ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਕਿਹੜੇ ਵੇਲੇ ਤੁਹਾਡੀ ਸਾਹ ਦੀ ਬਿਮਾਰੀ ਚਲੀ ਗਈ। ਹਾਂਜੀ। ਹੁਣ ਤੁਸੀਂ ਬਿਲਕੁਲ ਉਸ ਸਾਹ ਦੀ ਬਿਮਾਰੀ ਤੋਂ ਆਜ਼ਾਦ ਹੋ। ਹੁਣ ਹਾਂਜੀ। ਤੁਸੀਂ ਭੱਜ ਕੇ ਦਿਖਾਓ ਇਸ ਜਗ੍ਹਾ ਦੇ ਉੱਤੇ। ਹਾਲੇਲੂਇਆ! ਤੇ ਹੁਣ ਸਿਸਟਰ ਬਿਲਕੁਲ ਤੁਸੀਂ ਆਜ਼ਾਦ ਹੋ। ਹਾਂਜੀ, ਟੋਟਲੀ ਫ੍ਰੀ ਹਾਂ।
ਤੇ ਦੂਸਰੀ ਗਵਾਹੀ ਤੁਹਾਡੀ ਕੋਲਡ ਦੀ ਸੀਗੀ ਹਾਂਜੀ ਤੇ 1.5 ਸਾਲ ਤੋਂ ਤੁਹਾਨੂੰ ਕੋਲਡ ਸੀਗਾ। ਹਾਂਜੀ ਤੁਸੀਂ ਡਾਕਟਰਾਂ ਕੋਲ ਗਏ, ਮੈਡੀਸਨ ਖਾਧੀਆਂ, ਹਾਂਜੀ ਲੇਕਿਨ ਉਸ ਦੇ ਨਾਲ ਕੋਈ ਫਰਕ ਨਹੀਂ ਪਿਆ। ਨਹੀਂ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ। ਹਾਂਜੀ। ਰਾਤ ਨੂੰ ਤੁਹਾਨੂੰ ਕਈ ਵਾਰ ਨੀਂਦ ਵੀ ਨਹੀਂ ਆਉਂਦੀ ਸੀ ਇਸ ਨਹੀਂ ਪ੍ਰੋਬਲਮ ਦੇ ਆਉਂਦੀ, ਕਰਕੇ। ਹਾਂਜੀ। ਤੇ ਜਦੋਂ ਤੁਸੀਂ ਚਰਚ ਵਿੱਚ ਆਏ, ਘੋਸ਼ਣਾ ਨੂੰ ਰਿਸੀਵ ਕੀਤਾ, ਆਨਲਾਈਨ ਮੀਟਿੰਗ ਦੇਖ ਰਹੇ ਸੀ, ਉਸੇ ਟਾਈਮ ਉਹ ਤੁਹਾਡਾ ਕੋਲਡ ਚਲਾ ਗਿਆ ਜੀ ਤੇ ਹਾਂ। ਉਸ ਦਿਨ ਤੋਂ ਤੁਸੀਂ ਹੁਣ ਤੱਕ ਫ੍ਰੀ ਹੋ। Yes। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਜ਼ਾਦ ਹੋਏ? 2 ਮੰਥ ਹੋ ਚੁੱਕੇ ਆ 2 ਮੰਥ ਤੋਂ ਬਿਲਕੁਲ ਤੁਸੀਂ ਆਜ਼ਾਦ ਹੋ। ਬਿਲਕੁਲ ਹਾਂਜੀ। ਜ਼ੋਰ ਦੇ ਨਾਲ ਪਰਮੇਸ਼ਰ ਦੀ ਤਾਰੀਫ ਕਰਕੇ ਇਸ ਗਵਾਹੀ ਦੇ ਲਈ ਆਪਣੇ ਹੱਥਾਂ ਨੂੰ ਉਠਾ ਕੇ ਜ਼ੋਰ ਦੇ ਨਾਲ। यदि आपने हमारे YouTube चैनल को सब्सक्राइब नहीं किया तो आप YouTube पर जाकर अमृत संधू मिनिस्ट्रीज सर्च करें, हमारे वीडियोस को देखें। लाइक करें, शेयर करें, सब्सक्राइब करें और बेल आइकन को दबाना मत भूलें। आप हमारे फेसबुक पेज को भी लाइक कर सकते हैं ताकि आप परमेश्वर के दास पास्टर अमृत संधू जी द्वारा दिए गए वचनों, प्रार्थनाओं और प्रॉफिटिक वर्ड्स को ग्रहण कर सकते हैं। आप हमें इंस्टाग्राम पर भी फॉलो करें क्योंकि हमारे आत्मिक पिता पास्टर अमृत संधू जी का यह विज़न है कि हम आने वाले दिनों में हर एक माध्यम के द्वारा लोगों को परमेश्वर के वचनों से भरेंगे और परमेश्वर के नाम को ऊंचा करेंगे। इसलिए आप हमें YouTube पर सब्सक्राइब, Facebook पर लाइक और Instagram पर फॉलो करें ताकि आपको आने वाली हर एक अपडेट का पता चल सके। सभी को जय मसीह की। प्रभु आप सबको आशीष दे।